ਮੂਰਤ ਅਜੂਨੀ ਸਪੰਗ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ ਹੈ ਭੀ ਸੱਚ। ਨਾਨਕ ਹੋਸੀ ਭੀ ਸੱਚ। ਵਾਹਿਗੁਰੂ 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 ਜੀ। ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ। ਸਤਿਗੁਰਾਂ ਦੀ ਹਜ਼ੂਰੀ ਵਿੱਚ ਹਾਜ਼ਰੀ ਭਰ ਸਨਮਾਨਯੋਗ ਗੁਰੂ ਕੀ ਸਾਧ ਸੰਗਤ। ਧੰਨ ਧੰਨ ਮਹਾਂਪੁਰਖ ਬਾਬਾ ਪ੍ਰੇਮ ਸਿੰਘ ਜੀ ਪੂਰੀ ਵਾਲੇ ਤਿੰਨਾਂ ਦੇ ਦਰ ਸਥਾਨਾਂ 'ਤੇ ਇਹ ਸਮੇਂ ਲਾਹਾ ਪ੍ਰਾਪਤ ਕਰ ਰਹੇ ਹੋ। ਸਤਿਗੁਰੂ ਜੀ ਸਰਬੱਤ ਦੀ ਹਾਜ਼ਰੀ ਮਨਜ਼ੂਰ ਕਰਨਾ, ਆਪਦੇ ਚਰਨਾਂ ਦਾ ਪ੍ਰੇਮ ਗੁਰਸਿੱਖੀ ਜੀਵਨ ਬਖਸ਼ਲਾਂਗ ਸੰਗ ਸਹਾਇਤਾ ਕਰਨਾ। ਸੋ ਗੁਰੂ ਪਿਆਰੀ ਸਾਧ ਸੰਗਤ, ਸਭ ਤੋਂ ਪਹਿਲਾਂ ਨਿਮਾਣੇ ਨਿਤਾਣੇ ਅਣਜਾਣ ਜੀਵ ਦੀ ਹਾਜ਼ਰੀ ਪ੍ਰਵਾਨ ਕਰਨੀ ਕਿ ਕੁਝ ਸਮੇਂ ਵਾਸਤੇ ਗੁਰਬਾਣੀ ਦੇ ਨਾਲ ਸਾਂਝ ਬਣ ਕੇ ਦੇ ਅਨੁਸਾਰ ਜੀਵਨ ਸਤਿਗੁਰੂ ਜੀ ਬਣਾਉਣ ਦਾ ਬਲ ਬਖਸ਼ਿਸ਼ ਕਰਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਧ ਸੰਗਤ, ਚੱਲ ਰਹੀ ਸਮੇਂ ਦੀ ਰਵਾਇਤ ਅਨੁਸਾਰ ਜੋ ਅੱਜ ਸਤਿਗੁਰਾਂ ਦੀ ਕਿਰਪਾ ਨਾਲ ਪਿਛਲਾ ਸਮਾਂ ਜੋ ਸੰਪੂਰਨ ਹੋਇਆ ਹੈ, ਜੇਠ ਦਾ ਤਿਹਾੜ ਦਾ ਮਹੀਨਾ ਇਹਦਾ ਪ੍ਰਵੇਸ਼ ਹੋ ਰਿਹਾ ਹੈ, ਸੰਗਰਾਂਦ ਦਾ ਦਿਹਾੜਾ ਹੈ। ਇਸ ਕਰਕੇ ਸਤਿਗੁਰੂ ਜੀ ਜੋ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਸ ਦਿਨ 'ਤੇ ਜੋ ਸੰਗਤਾਂ ਦੇ ਪਰਉਪਕਾਰ ਕਰਦਿਆਂ ਇਸ ਮਹੀਨੇ ਦਾ ਫਲਾਦੇਸ਼ ਇਹਨੂੰ ਸਫਲ ਕਰਨ ਦਾ ਸਾਨੂੰ ਹੁਕਮ ਕੀਤਾ ਹੈ। ਸੁਣਨ ਦਾ ਯਤਨ ਕਰੀਏ। ਸਤਿਗੁਰੂ ਕਿਰਪਾ ਕਰਨ, ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾਰ ਤਪੰਦਾ ਤੇ ਸਭ ਗੈਰ, ਹਰ ਨਾਮੋ ਨਾ ਜਨਾ ਪਾਸ। ਸਨਮਾਨਯੋਗ ਸਤਿਗੁਰਾਂ ਦੀ ਸਾਧ ਸੰਗਤ, ਸਤਿਗੁਰੂ ਜੀ ਫਰਮਾਨ ਕਰਦੇ ਹਨ ਕਿ ਭਾਈ ਆਮ ਸੰਸਾਰ ਦੇ ਜੀਵਾਂ ਦੇ ਸਾਹਮਣੇ ਇਹ ਵਿਚਾਰ ਹੁੰਦੀ ਹੈ ਕਿ ਇਹ ਮਹੀਨਾ ਜਿਹੜਾ ਇਹਦੇ ਵਿੱਚ ਗਰਮੀ ਬੜੀ ਹੈ ਅਤੇ ਬਹੁਤ ਤਪਸ਼ ਪੈਂਦੀ ਹੈ। ਅਤੇ ਸਤਿਗੁਰੂ ਜੀ ਕਹਿੰਦੇ ਭਾਈ ਇਹ ਮਹੀਨਾ ਜਿਹੜਾ ਹੈ ਆਮ ਸੰਸਾਰੀ ਜੀਵਾਂ ਵਾਸਤੇ ਬੜਾ ਗਰਮ ਮੌਸਮ ਵਾਲਾ ਹੈ, ਪਰ ਜਿਨ੍ਹਾਂ ਦੇ ਅੰਦਰ ਪਰਮੇਸ਼ਰ ਦਾ ਸੀਤਲ ਨਾਮ ਹੈ ਉਹਨਾਂ ਵਾਸਤੇ ਸਦਾ ਹੀ ਠੰਡ ਹੈ, ਸ਼ਾਂਤੀ ਹੈ। ਇਸ ਕਰਕੇ ਸਤਿਗੁਰੂ ਜੀ ਕਥਨ ਕਰਦੇ ਮਹੀਨਾ ਕਿਹਨਾਂ ਨੂੰ ਦੁਖਦਾਈ ਹੈ। ਆਸਾੜ ਤਪੰਦਾ ਤਿਸ ਲੱਗੈ, ਹਰ ਨਾਹ ਨਾ ਜਿੰਨਾ ਪਾਸ। ਕਹਿੰਦੇ ਆਸਾੜ ਤੋਂ ਭਾਵ ਇਹ ਮਹੀਨਾ ਜਿਹੜਾ ਹੈ ਹਾੜ ਦਾ, ਉਹਨਾਂ ਨੂੰ ਤਪਦਾ ਲੱਗਦਾ ਹੈ। ਨਾਹੋ ਤੋਂ ਭਾਵ ਹੁੰਦਾ ਹੈ ਪਰਮੇਸ਼ਰ ਪਤੀ। ਨਾਹੋ ਦਾ ਭਾਵ ਪਤੀ ਬਣਦਾ ਹੈ। ਕਹਿੰਦੇ ਜਿਨ੍ਹਾਂ ਦੇ ਕੋਲ ਹਰੀ ਪਰਮੇਸ਼ਰ ਨਹੀਂ ਹੈ, ਉਹਦਾ ਨਾਮ ਨਹੀਂ ਹੈ, ਉਹਦੀ ਓਟ ਨਹੀਂ ਹੈ ਜੀਵਾਂ ਨੂੰ, ਅਤੇ ਉਹਨਾਂ ਨੂੰ ਇਹ ਮਹੀਨਾ ਬੜਾ ਦੁਖਦਾਈ ਹੁੰਦਾ ਹੈ। ਇਸੇ ਪ੍ਰਕਾਰ ਗੁਰੂ ਕੀ ਸਾਧ ਸੰਗਤ ਨੇ ਆਪ ਜੀ ਨੇ ਅਰਦਾਸ ਵਿੱਚ ਵੀ ਸਰਵਣ ਕੀਤਾ ਹੈ, ਜੋ ਕਿ ਅੱਜ ਦਾ ਦਿਹਾੜਾ ਬਹੁਤ ਵੱਡਾ ਇਤਿਹਾਸ ਦੇ ਨਾਲ ਸੰਬੰਧ ਰੱਖਦਾ ਹੈ। ਧੰਨ ਧੰਨ ਮੀਰੀ ਪੀਰੀ ਦੇ ਮਾਲਕ ਛੇਵੇਂ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਹੈ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਸਤਿਗੁਰੂ ਕਿਰਪਾ ਕਰਨ, ਸਰਬੱਤ ਸੰਗਤਾਂ ਨੂੰ ਲਾਹੇਵੰਦ ਕਰਨ ਅਤੇ ਆਪਣੇ ਹੁਕਮ ਅਨੁਸਾਰ ਚਲਾਉਣ ਦੀ ਰਹਿਮਤ ਕਰਨ। ਸੋ ਗੁਰੂ ਪਿਆਰੀ ਸਾਧ ਸੰਗਤ, ਇਸ ਮਹੀਨੇ ਤੋਂ ਇਹ ਵੀ ਸਿੱਖਿਆ ਮਿਲਦੀ ਹੈ ਕਿ ਜਿਵੇਂ ਪਿਛਲੇ ਦਿਨਾਂ ਵਿੱਚ ਪੰਜਵੇਂ ਪਾਤਸ਼ਾਹ ਜਿਨ੍ਹਾਂ ਨੇ ਕਿ ਕਦੇ ਵੀ ਕਿਸੇ ਦੇ ਨਾਲ ਕੋਈ ਵੈਰ ਵਿਰੋਧ, ਕੋਈ ਜੰਗ ਨਹੀਂ ਕੀਤਾ, ਸ਼ਾਂਤੀਪੂਰਵਕ ਰਹੇ, ਸ਼ਾਂਤੀ ਦੇ ਪੁੰਜ ਇਸ ਗੁਰਬਾਣੀ ਦੇ ਬੋਹਿਤ। ਅਤੇ ਉਹ ਜਿਹੜੇ ਸਾਖਤ ਪੁਰਸ਼ ਸਨ, ਕਿਉਂਕਿ ਗੁਰਬਾਣੀ ਅਨੁਸਾਰ ਇਹ ਬਚਨ ਨੂੰ ਕਈ ਵਾਰ ਸਤਿਗੁਰਾਂ ਨੇ ਉਚਾਰਨ ਕੀਤਾ ਹੈ, ਜੋ ਜ਼ਿਕਰ ਮਿਲਦਾ ਹੈ ਕਿ ਭਾਈ
ਰੱਬ ਦੇ ਪਿਆਰਿਆਂ ਨੂੰ, ਜਿਹੜੇ ਰੱਬ ਦੇ ਪਿਆਰੇ ਹਨ, ਚੰਗੀ ਸੰਗਤ ਹੈ, ਪਰਮੇਸ਼ਰ ਨੂੰ ਯਾਦ ਕਰਨ ਵਾਲੇ ਹਨ, ਉਹਨਾਂ ਦੇ ਨਾਲ ਮਿਲ ਕੇ ਸ਼ਾਂਤੀ ਪ੍ਰਾਪਤ ਹੁੰਦੀ ਹੈ। ਅਤੇ ਜਿਹੜੇ ਆਪਣੇ ਮਨ ਦੇ ਪਿੱਛੇ ਲੱਗਣ ਵਾਲੇ, ਹੋਰ ਦੁਨੀਆ ਦੇ ਧੰਦਿਆਂ ਜੰਜਾਲਾਂ ਵਿੱਚ ਆਪਣੀ ਵਡਿਆਈ ਵਾਸਤੇ, ਚੌਧਰ ਵਾਸਤੇ, ਮਾਣ ਵਾਸਤੇ ਚੱਲਦੇ ਹਨ, ਉਹਨਾਂ ਨੂੰ ਪਰਮੇਸ਼ਰ ਦੇ ਪਿਆਰਿਆਂ ਦੀ ਰੀਤ ਚੰਗੀ ਨਹੀਂ ਲੱਗਦੀ। ਕਿਉਂਕਿ ਜਿਵੇਂ ਸੂਰਜ ਅਤੇ ਹਨੇਰੇ ਦਾ ਸੰਬੰਧ ਨਹੀਂ, ਇਸੇ ਤਰ੍ਹਾਂ ਗੁਰਮੁਖ ਅਤੇ ਮਨਮੁਖ ਦਾ ਮੇਲ ਨਹੀਂ ਹੁੰਦਾ। ਜਿਨ੍ਹਾਂ ਨੇ ਸ਼ਾਂਤੀਪੂਰਵ ਰਹਿ ਕੇ ਇਹ ਕਿਆ ਤੇਰਾ ਕੀਆ ਮੀਠਾ ਲਾਗੇ, ਹਰ ਨਾਮ ਪਦਾਰਥ ਨਾਨਕ ਮੰਗੈ, ਨਾ ਕੋ ਬੈਰੀ ਨਹੀਂ ਬਗਾਨਾ, ਸਗਲ ਸੰਗ ਹਮ ਕਉ ਬਣਿਆਈ। ਅਤੇ ਸੱਚਾਈ 'ਤੇ ਚੱਲੇ ਅਤੇ ਉਹਨਾਂ ਦੀ ਸੱਚਾਈ, ਉਹਨਾਂ ਦੀ ਭਗਤੀ, ਉਹਨਾਂ ਦੀ ਸੀਤਲਤਾ ਜਿਹੜੀ ਸੀ ਸਾਗਤ ਪੁਰਸ਼ਾਂ ਨੂੰ ਚੰਗੀ ਨਾ ਲੱਗੀ। ਅਤੇ ਆਪ ਜਾਣਦੇ ਹੋ, ਇੱਕ ਰਿਸ਼ਤੇ ਦਾ ਬਹਾਨਾ ਬਣਦਾ ਹੈ ਇਤਿਹਾਸ ਵਿੱਚ, ਪਰ ਉਹ ਇਕੱਲੇ ਚੰਦੂ ਦਾ ਕਸੂਰ ਨਹੀਂ, ਨਾਲ ਹੋਰ ਵੀ ਸਨ। ਕਿਉਂਕਿ ਜਿਵੇਂ 22 ਮੰਜੀਆਂ ਵਾਲੇ ਜਿਹੜੇ ਹਨ, ਜੇ ਨਾਵੇਂ ਪਾਤਸ਼ਾਹ ਪਹਿਲਾਂ ਪ੍ਰਗਟ ਹੋ ਜਾਂਦੇ ਹਨ ਅਤੇ ਉਹਨਾਂ ਦਾ ਜਿਹੜਾ ਹੈ ਕੋਈ ਚਿਰ ਵਾਸਤੇ ਪ੍ਰਪੰਚ ਨਹੀਂ ਚੱਲਦਾ। ਪਰਮੇਸ਼ਰ ਨੇ ਅਸਲ ਅਤੇ ਨਕਲ ਦੀ ਪਛਾਣ ਕਰਾਉਣੀ ਹੁੰਦੀ ਹੈ ਸਮੇਂ 'ਤੇ। ਇਸ ਕਰਕੇ ਜਦੋਂ ਉਹ ਸਾਹਮਣੇ ਆ ਗਏ ਤਾਂ ਉਹਨਾਂ ਨੂੰ ਬੜੀ ਮੁਸ਼ਕਿਲ ਬਣੀ, ਪਰ ਉੱਥੇ ਕੋਈ ਜ਼ੋਰ ਨਹੀਂ ਚੱਲਿਆ। ਜੇ ਭਾਈ ਗੁਰਦਾਸ ਜੀ ਕਹਿੰਦੇ ਬੜਾ ਪਾਪ ਅਤੇ ਅਪੱਧਰ ਹੋ ਰਿਹਾ ਸੀ ਜਦੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਪ੍ਰਗਟ ਹੋਏ ਸੰਸਾਰ 'ਤੇ, ਅਵਤਾਰ ਧਾਰਨਾ ਕੀਤਾ, ਪਾਪਾਂ ਦੀ ਧੁੰਦ ਪਈ ਹੋਈ ਸੀ 4 ਚੁਫੇਰੇ। ਅਤੇ ਜਦੋਂ ਉਹਨਾਂ ਦਾ ਅਵਤਾਰ ਹੋਇਆ ਰਾਏ ਭੋਏ ਦੀ ਤਲਵੰਡੀ ਵਿੱਚ, ਅਤੇ ਕਹਿੰਦੇ ਸਿੰਘ ਬੁਕੇ ਮਿਰਗਾਵਲੀ ਭੰਨੀ ਜਾਏ ਨਾ ਧੀਰ ਧਰੋਆ। ਜਿਵੇਂ ਜੰਗਲ ਵਿੱਚ ਸ਼ੇਰ ਆਣ ਕੇ ਬੁੱਕਦਾ ਹੈ ਅਤੇ ਮਿਰਗਾਂ ਦੀਆਂ ਡਾਰਾਂ ਨੂੰ ਉੱਥੇ ਖਲੋਣਾ ਨਹੀਂ ਮਿਲਦਾ, ਇਸੇ ਤਰ੍ਹਾਂ ਝੂਠਿਆਂ ਨੂੰ ਸੱਚ ਦੇ ਅੱਗੇ ਰੁਕਣਾ ਬੜਾ ਔਖਾ ਹੁੰਦਾ ਹੈ। ਸੋ ਕਹਿਣ ਦਾ ਭਾਵ, ਪੰਜਵੇਂ ਪਾਤਸ਼ਾਹ ਦੇ ਨਾਲ ਬੜਾ ਵੈਰ ਵਿਰੋਧ ਕਰਨਾ ਚਾਹਿਆ ਸਾਗਤ ਪੁਰਸ਼ਾਂ ਨੇ, ਮਾੜੇ ਕਰਮਾਂ ਵਾਲਿਆਂ ਨੇ, ਅਗਿਆਨਤਾ ਕਰਕੇ। ਅਤੇ ਇਸ ਕਰਕੇ ਜਿੰਨੇ ਵੀ ਉਹਨਾਂ ਆਪਣੇ ਵੱਲੋਂ ਬੜੇ ਤਸੀਹੇ ਦੇਣਾ ਕੀਤੇ। ਅਤੇ ਹੁਣ ਸਤਿਗੁਰੂ ਪੰਜਵੇਂ ਪਾਤਸ਼ਾਹ ਅੰਤਰਜਾਮੀ ਜਦੋਂ ਅੰਮ੍ਰਿਤਸਰ ਤੋਂ ਤੁਰੇ ਹਨ ਲਾਹੌਰ ਵੱਲ ਨੂੰ, ਅਤੇ ਪਹਿਲਾਂ ਹੀ ਆਪਣੇ ਪਿਆਰੇ ਸਿੱਖ ਬਾਬਾ ਬੁੱਢਾ ਸਾਹਿਬ ਜੀ ਵਰਗੇ, ਭਾਈ ਗੁਰਦਾਸ ਵਰਗੇ ਜਿਹੜੇ ਸੋਝੀਵਾਨ ਸਨ, ਉਹਨਾਂ ਨੂੰ ਪਹਿਲਾਂ ਹੀ ਸਾਰਾ ਬਚਨ ਦੱਸ ਕੇ ਤੁਰੇ ਹਨ ਕਿ ਹੁਣ ਸਾਡਾ ਸਮਾਂ ਜਿਹੜਾ ਹੈ ਅੰਤਮ ਸਰੀਰ ਛੱਡਣ ਦਾ ਨੇੜੇ ਹੈ। ਅਤੇ ਸਾਡੇ ਤੋਂ ਬਾਅਦ ਜੋ ਹਰਗੋਬਿੰਦ ਸਾਹਿਬ ਸਾਹਿਬਜ਼ਾਦਾ ਹੈ, ਇਹ ਹੁਣ ਵਾਗਡੋਰ ਸਮੇਂ ਦੀ ਸੰਭਾਲਣ ਵਾਸਤੇ ਗੁਰਗੱਦੀ 'ਤੇ ਬੈਠ ਕੇ ਸੰਗਤਾਂ ਨੂੰ ਨਿਹਾਲ ਕਰਨਗੇ ਅਤੇ ਜ਼ਾਲਮਾਂ ਨੂੰ ਸੋਧਣਗੇ ਅਤੇ ਧਰਮ ਦਾ ਵਾਧਾ ਹੋਵੇਗਾ। ਸੋ ਇਸ ਕਰਕੇ ਗੁਰੂ ਕੀ ਸਾਧ ਸੰਗਤ ਉਹ ਤਪਦੇ ਹਿਰਦਿਆਂ ਦੇ ਵਿੱਚ, ਜਦੋਂ ਪੰਜਵੇਂ ਪਾਤਸ਼ਾਹ ਜੀ ਨੇ ਖਿੜੇ ਮੱਥੇ ਸਾਰੇ ਹੀ ਉਹ ਕਸ਼ਟ ਸਹਾਰਨਾ ਕੀਤੇ, ਅਤੇ ਫਿਰ ਸਮਾਂ ਆਇਆ ਪੰਜਵੇਂ ਪਾਤਸ਼ਾਹ ਜੀ ਨੇ ਜੋ ਭਗਤਵਾਦ ਪਹਿਲਾਂ ਕਰ ਦਿੱਤੇ ਸਨ, ਉਹਦੇ ਅਨੁਸਾਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਜੋ ਅਵਤਾਰ ਹੋਇਆ ਹੈ, ਗੁਰੂ ਕੇ ਮਹਿਲ ਅੰਮ੍ਰਿਤਸਰ ਸਾਹਿਬ, ਜੋ ਕਿ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਘਰ, ਅਤੇ ਮਾਤਾ ਗੰਗਾ ਜੀ ਦੀ ਕੁੱਖੋਂ ਆਪ ਸੰਗਤਾਂ ਜਾਣਦੀਆਂ, ਉਹ ਬਾਬਾ ਬੁੱਢਾ ਜੀ ਦੇ ਬਚਨਾਂ ਅਨੁਸਾਰ, ਜੋ ਕਿ ਸਤਿਗੁਰਾਂ ਨੇ ਆਪਣੇ ਸੇਵਕਾਂ ਨੂੰ ਵਡਿਆਈ ਬਖਸ਼ਣੀ ਹੁੰਦੀ ਹੈ। ਇਹ ਨਹੀਂ ਕਿ ਸਤਿਗੁਰੂ ਕੁਝ ਕਰ ਨਹੀਂ ਸੀ ਸਕਦੇ, ਸਭ ਕੁਝ ਜਾਣਦੇ ਹਨ। ਗੁਰਬਾਣੀ ਦਾ ਕਥਨ ਹੈ, ਜਦੋਂ ਪਰਮੇਸ਼ਰ ਆਪਣੀ ਵਡਿਆਈ ਕਰਨੀ ਚਾਹੇ ਆਪਣੀ ਨਹੀਂ ਕਰਵਾਉਂਦਾ, ਆਪਣੇ ਭਗਤਾਂ ਦੀ ਸ਼ੋਭਾ ਕਰਵਾ ਦਿੰਦਾ ਹੈ, ਕੋਈ ਨਾ ਕੋਈ ਉਹਨਾਂ ਨੂੰ ਸੇਵਾ ਸੌਂਪ ਕੇ ਮਾਣ ਸਤਿਕਾਰ ਵਧਾ ਦਿੰਦਾ ਹੈ। ਇਸ ਕਰਕੇ ਬਾਬਾ ਬੁੱਢਾ ਜੀ ਨੇ ਐਸੀ ਕਿਰਪਾ ਕੀਤੀ, ਉਹਨਾਂ ਦੇ ਬਚਨ ਹੋਏ। ਸੰਖੇਪ ਵਿੱਚ ਬੇਨਤੀ ਹੈ, ਸੰਗਤਾਂ ਜਾਣਦੀਆਂ ਹਨ, ਸਮੇਂ ਅਨੁਸਾਰ ਆਪਾਂ ਉਨੀ ਕੁ ਵਿਚਾਰ ਕਰੀਏ। ਗੁਰੂ ਕੀ ਸਾਧ ਸੰਗਤ, ਫਿਰ ਇਹਨਾਂ ਦਾ ਗੁਰੂ ਕੀ ਵਡਾਲੀ ਅਵਤਾਰ ਹੋਇਆ, ਇਹ ਵੀ ਮਹਾਰਾਜ ਪਹਿਲਾਂ ਜਾਣਦੇ ਸਨ। ਪੰਜਵੇਂ ਪਾਤਸ਼ਾਹ ਜੀ, ਜੋ ਕਿ ਬਾਬਾ ਪ੍ਰਿਥੀ ਚੰਦ ਜੀ ਇਹਨਾਂ ਦੇ ਭਰਾਤਾ ਜੀ, ਅਤੇ ਉਹਨਾਂ ਦੇ ਘਰੋਂ ਬੀਬੀ ਕਰਮੋਂ ਹਰ ਵੇਲੇ ਵਿਰੋਧ ਰੱਖਦੇ ਸਨ, ਜਿਹੜੇ ਕਹਿੰਦੇ ਸੀ ਅਰਜਨ ਦੇ ਘਰ ਕੋਈ ਔਲਾਦ ਪੈਦਾ ਨਹੀਂ ਹੋਣੀ, ਅਸੀਂ ਸਾਰੀ ਗੱਲ ਦੇ ਜ਼ਿੰਮੇਵਾਰ ਬਣਨਾ ਹੈ। ਅੱਜ ਦੇ ਸਮੇਂ ਵਿੱਚ ਵੀ ਅਸੀਂ ਕਈ ਥਾਈਂ ਵੇਖਦੇ ਹਾਂ ਕਿ ਫਲਾਣੇ ਥਾਂ ਬੜਾ ਵਿਰੋਧ ਚੱਲ ਰਿਹਾ, ਸੰਤ ਕਾਹਦੇ, ਸਾਧ ਕਾਹਦੇ ਹਨ, ਪਰ ਸਾਨੂੰ ਇਹ ਨਹੀਂ ਪਤਾ ਪਰਮੇਸ਼ਰ ਨੇ ਅਸਲ ਅਤੇ ਨਕਲ ਸਾਹਮਣੇ ਇਹ ਗੱਲ ਲਿਆਉਣੀ ਹੁੰਦੀ ਹੈ। ਇਹ ਖੇਡ ਵਰਤਾ ਕੇ
नहीं तो सारे कहण इक्को ਜਿਹੇ ही ਹਨ। इस करके सतगुਰਾਂ ने किरपा की तो अपने परिवार ਨੂੰ गुरु की वडाली पहला ही भेज दिता सी। ਤੇ फिर उत्थे महाराज जी की किरपा हुई जदों अवतार होया है गुरु की साध संगत ते पुरानी लिखत अनुसार जो 14 जून ये दसिया है समा 14 जून ते 1595 का ये समा जिहड़ा दसिया गया है। कई विद्वानां ने अगे पिछे भी लिखिया है, पर आम करके जिहड़ी ज्ञानी ज्ञान सिंह की लिखत है जां महान कोश है जां दमदमी टकसाल दीयां लिखतां हन, उन्हां दे अनुसार जो मुख वेरवे दसे जाते हैं। क्योंकि ज्ञानी ज्ञान सिंह जी जिहड़े होए हन विद्वान महान पंथ के विद्वान हैं, इन्हां ने 2 बार गुरु के ते सिखां दा इतिहास लिखिया। चरण करो श्री वाहिगुरू। क्योंकि जिन्हें दोहरी वार लिखिया उहदे विच कई जिहड़ियां सोधां हुंदियां हन। पहला पंथ प्रकाश इन्हां सब तो पहला लिखिया सी। इदों पहला ज्ञानी जिहड़ा रतन सिंह भंगू जी जो कि भाई मताब सिंह के पोतरे होए हन, राय सिंह के पुत्र, उदों पहला किसी सिख विद्वान ने इतिहास नहीं सी सिखां दा जां गुरु का ऐसा लिखिया। तो समा आया उन्होंने लिखिया, पर सारिਆਂ ਨੂੰ समझना थोड़ा कठिन सी, विद्वान समझ लेंदे सन। एक ज्ञानी ज्ञान सिंह जी ने फिर पंथ प्रकाश दोबारा लिखिया छंदाबंदी विच बड़े विस्तार सहित। फिर सिखां क्या कोई होर सौखा हो जाए जिहड़ा हर कोई पढ़ लवे। फिर तवारीख गुरु खालसा के नाम ते इहनूं वार्तक करके लिखिया है। सो इस करके उन्हां दी लिखत जिहड़ी आम करके पंथ विच मन्नी गई है। सो गुरु की साध संगत इस प्रकार उन्हां दा इस दिन ते अवतार होया। ते उन्हां दे अवतार होण ते जिहड़ा ये संसार दा वातावरण सी तब्दील हो गया। क्योंकि परमेश्वर के प्यारिਆਂ ਦੀ आउण ਦੀ ਤੇ संसार तो जाण ਦੀ रीत ਵੱਖਰੀ ਹੁੰਦੀ ਹੈ ਤੇ ਨਾਲ ਹੀ ਕਈ ਕਾਰਨ ਐਸੇ ਬਦਲ ਜਾਂਦੇ ਹਨ। ਚੰਗੇ ਪੁਰਸ਼ਾਂ ਦੇ ਆਉਣ ਤੇ ਚੰਗੇ ਕਾਰਨ ਹੁੰਦੇ ਹਨ, ਚੰਗੇ ਢੋ ਢੁਕਦੇ ਹਨ ਤੇ ਮਾੜਿਆਂ ਦੇ ਆਉਣ ਜਾਣ ਵੇਲੇ ਕਈ ਮਾੜੀਆਂ ਸਮੱਸਿਆ ਖੜੀਆਂ ਹੋ ਜਾਂਦੀਆਂ ਹਨ। ਇਸ ਕਰਕੇ ਜੋ ਮਹਾਰਾਜ ਜੀ ਨੇ ਅਵਤਾਰ ਧਾਰਨਾ ਕੀਤਾ ਤੇ ਬੜੇ ਬੜੇ ਦੇਵੀ ਦੇਵਤੇ ਵੀ ਆ ਕੇ ਗੁਪਤ ਰੂਪ ਦੇ ਵਿੱਚ ਆਉਂਦੇ ਹਨ ਤੇ ਮਹਾਰਾਜ ਦੇ ਦਰਸ਼ਨ ਕਰਕੇ ਇੱਥੋਂ ਤੱਕ ਦੱਸਿਆ ਇਤਿਹਾਸ ਵਿੱਚ ਕਿ ਉਹਨਾਂ ਦੇ ਨਾਲ ਵਾਰਤਾਲਾਪ ਵੀ ਕਰਦੇ ਰਹੇ। ਕਈ ਵਾਰ ਜੇ ਮਾਤਾ ਜੀ ਥੋੜ੍ਹਾ ਅੰਦਰ ਬਾਹਰ ਹੋਣਾ ਤੇ ਉਹਨਾਂ ਨੂੰ ਸ਼ੱਕ ਵੀ ਪੈਣਾ, पर प्रत्यक्ष तौर पर उन्होंने पहला नहीं सी इस गल का पता। क्योंकि जो सतगुਰਾਂ ने खेड़ वरताई है। समा आया फिर अमृतसर पहुँचे तो उन्होंने फिर सिख संगतां नूं ये हुक्म किया, भाई हुण समा तब्दील हो गया है। जदों भगती नूं भी खतरा हो जाता है, जिहड़े सागत पुरुष नूं भगती नूं मेटना चाहुंदे हन, जिवें खेत ही वाड़ नूं खाण लग पवे तो कोई ना कोई सोचना पैंदा है। इस करके भगती की वाड़ फिर शक्ति की है। देग ते तेग, शस्त्र ते माला, संत ते सिपाही, इन्हां दा सुमेल कर दिता गुरु हरगोबिंद साहिब महाराज जी ने। जिथे सारे संत मत विच रहिंदे सन, शांति विच समय की अनुसार सोचदियां चाल सतगुਰਾਂ ने फिर ये समय की चाल अनुसार जिहड़ा सी हुक्म किया, भाई हुण जिहड़े भी गुरु के प्यारे हैं वो वीर रस नूं धारण करन, उन्हां ते असीं बहुत प्रसन्न होवांगे। जिहड़े कोई गुरु घर विच आ के चंगा घोड़ा कोई चंगा शस्त्र भेंट करना, अपने नौजवान जिहड़े उन्हां दी कोई अंश पैदा हुंदी है, नौजवान लड़के हैं गुरु घर विच सेवा विच हाज़र करन, उन्हां ते गुरु घरों बेअंत खुशियां प्राप्त उन्हां नूं होणगीਆਂ। इस प्रकार नाल काल तख्त साहिब जी की रचना की महाराज जी ने। ते उत्थे फिर सारियां ये सिखां नूं हदायत करनी, हुक्म करना, ढाडियां तो सूरमिਆਂ ਦੀਆਂ चंगे चंगे राजिਆਂ ਦੀਆਂ वारां सुन के ते 6वें पातशाह जी ने जो 22 वारां ਹਨ गुरु ग्रंथ साहिब जी विच, इन्हां तो 9 वारां ते धुनां ਜਿਹੜੀਆਂ 6वें पातशाह जी ने चढ़ाउणीਆਂ कीतीਆਂ ਹਨ। जिवें आसा जी की वार विच आउंदा टुंडे आस राजे की धुनी, इस तरह 9 वारां दे उत्ते सरलेख जिहड़े लिखाए हैं जो महाराज नूं भाउंदे हैं, उहदे अनुसार 9 धुनां 6वें पातशाह जी चढ़ाईਆਂ हैं। इस प्रकार एक श्लोक 10वें पातशाह जी का है। आम प्रचारक कहते 6 गुरुआं की बाणी है। भाई इन बरीकी नाल सोचा जाए तो 8 गुरुआं की किरत है। महाराज कृपा करन सोची बख्शण। इस प्रकार धर्म का वाधा होया।
ਗੁਰੂ ਕੀ ਸਾਧ ਸੰਗਤ ਫਿਰ ਸਮਾਂ ਆਇਆ ਤੇ ਪਹਿਲਾਂ ਇਹਨਾਂ ਦੀ ਬਚਪਨ ਦੇ ਵਿੱਚ ਜੋ ਸਿੱਖਿਆ ਇਹਨਾਂ ਨੂੰ ਮਿਲੀ ਹੈ ਵਿਦਿਆ ਦੀ, ਜੋ ਸੂਰਮਤਾਈ ਦੀ, ਵੀਰ ਰਸ ਦੀ। ਵੇਖੋ ਇੱਕ ਬਾਬਾ ਬੁੱਢਾ ਸਾਹਿਬ ਜੀ ਜਿਨ੍ਹਾਂ ਨੇ ਕੋਈ ਜੰਗ ਯੁੱਧ ਨਹੀਂ ਕੀਤਾ, ਪਹਿਲਾਂ ਉਹਨਾਂ ਨੇ ਇਹਨਾਂ ਨੂੰ ਵਿਦਿਆ ਪੜ੍ਹਾਈ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਇਹ ਸੇਵਾ ਕੀਤੀ, ਫਿਰ ਸ਼ਸਤਰ ਵਿਦਿਆ, ਘੋੜ ਸਵਾਰੀ, ਫਿਰ ਗੁਰਬਾਣੀ, ਇਤਿਹਾਸ, ਸਾਰੀਆਂ ਚੀਜ਼ਾਂ ਤੋਂ ਜਾਣੂ ਕਰਵਾਉਣਾ ਕੀਤਾ, ਮਰਜ਼ਾਦਾ ਪੂਰੀ ਕੀਤੀ। ਕਿਉਂਕਿ ਸਤਿਗੁਰੂ ਤੇ ਸਭ ਕੁਝ ਜਾਣਦੇ ਹਨ, ਪਰ ਦੁਨੀਆ ਦੀ ਮਰਜ਼ਾਦਾ ਪੂਰੀ ਕਰਨੀ ਪੈਂਦੀ ਹੈ। ਇਸ ਕਰਕੇ ਬਾਬਾ ਬੁੱਢਾ ਜੀ ਨੇ ਉਸਤਾਦ ਦੀ ਜਿਹੜੀ ਪਦਵੀ ਹੈ ਉਹਨਾਂ ਦੀ ਇਹ ਧਾਰਨ ਕੀਤੀ, ਉਹਨਾਂ ਨੂੰ ਇਸ ਮਾਰਗ ਦਰਸ਼ਨ ਕਰਵਾਉਣ ਦੇ ਵਾਸਤੇ। ਸੋ ਇਸ ਪ੍ਰਕਾਰ ਗੁਰੂ ਕੀ ਸਾਧ ਸੰਗਤ ਫਿਰ ਸਤਿਗੁਰੂ ਜੀ ਸੰਗਤਾਂ ਨੂੰ ਉਤਾਰਦੇ ਹੋਏ ਸਮੇਂ ਦੇ ਅਨੁਸਾਰ ਜਦੋਂ ਇੱਧਰ ਦਿੱਲੀ ਨੂੰ, ਗਵਾਲੀਅਰ ਕਿਲੇ ਨੂੰ ਗਏ ਹਨ, ਤੇ ਆਪ ਜਾਣਦੇ ਹੋ ਸੰਗਤਾਂ ਸੰਖੇਪ ਵਿੱਚ ਬੇਨਤੀ ਹੈ ਕਿ ਐਸਾ ਸਮਾਂ ਆਇਆ, ਇੱਕ ਦਿਨ ਮਹਾਰਾਜ ਛੇਵੇਂ ਪਾਤਸ਼ਾਹ ਜੀ ਬਾਦਸ਼ਾਹ ਦੇ ਲਾਗੇ ਬੈਠੇ ਹਨ ਤੇ ਉਹਨਾਂ ਦੇ ਹੱਥ ਵਿੱਚ ਇੱਕ ਸਿਮਰਨਾ ਹੈ ਜਿਹਦੇ ਵਿੱਚ ਇੱਕ ਮਣਕਾ, ਇੱਕ ਮੋਤੀ ਐਸਾ ਬਹੁਤ ਸੁੱਚਾ ਤੇ ਬੜਾ ਸੁੰਦਰਤਾ ਵਾਲਾ ਹੈ। ਤੇ ਉਹ ਬਾਦਸ਼ਾਹ ਕਹਿਣ ਲੱਗਾ, ਪੀਰ ਜੀ ਜੇ ਮੈਨੂੰ ਇਹ ਨਿਸ਼ਾਨੀ ਦੇ ਦਿਓ ਤੇ ਮੈਂ ਤੁਹਾਡੀ ਨਿਸ਼ਾਨੀ ਯਾਦਗਾਰ ਵਾਸਤੇ, ਯਾਦਗਾਰ ਸਮਝ ਕੇ ਯਾਦਗਾਰ ਵਜੋਂ ਆਪਣੇ ਕੋਲ ਸਦਾ ਹਾਜ਼ਰ ਰੱਖਾਂਗਾ ਤੁਹਾਡੀ ਮਾਨਤ ਨੂੰ। ਤੇ ਮਹਾਰਾਜ ਅੰਤਰਜਾਮੀ ਮਨ ਵਿੱਚ ਪ੍ਰਸੰਨ ਹੋ ਗਏ ਕਿ ਪਰਮੇਸ਼ਰ ਨੇ ਕਾਰਨ ਬਣਾ ਦਿੱਤਾ ਹੈ, ਜਿਸ ਕਾਰਨ ਵਾਸਤੇ ਇੱਧਰ ਆਏ ਹਾਂ। ਪਹਿਲਾਂ ਤਾਂ ਜਿਹੜਾ ਸਾੜ ਸਤੀ ਦਾ ਬਹਾਨਾ ਬਣਾ ਕੇ ਸਤਿਗੁਰਾਂ ਨੂੰ ਗਵਾਲੀਅਰ ਦੇ ਕਿਲੇ ਵਿੱਚ ਰੱਖਿਆ ਸੀ, ਉੱਥੇ 52 ਰਾਜਿਆਂ ਨੂੰ ਛਡਾਉਣਾ ਕੀਤਾ। ਉਹ ਜਿਹੜੀ ਜੇਲ੍ਹ ਸੀ ਉਹਨੂੰ ਸੱਚਖੰਡ ਦਾ ਨਮੂਨਾ ਬਣਾ ਦਿੱਤਾ। ਚਾਰਨ ਕਰੋ ਸ੍ਰੀ ਵਾਹਿਗੁਰੂ। ਜਿਨ੍ਹਾਂ ਨੂੰ ਸਾਰੀ ਉਮਰ ਉੱਥੋਂ ਛੁੱਟਣ ਦਾ ਕੋਈ ਆਸਰਾ ਨਹੀਂ ਸੀ, ਕੋਈ ਮੈਦ ਨਹੀਂ ਸੀ, ਉਹਨਾਂ ਨੂੰ ਸਦਾ ਵਾਸਤੇ ਰਿਹਾ ਕਰ ਦਿੱਤਾ। ਇਸ ਪ੍ਰਕਾਰ ਉਹ ਸਮਾਂ ਆਇਆ ਜਦੋਂ ਇਹ ਮਾਲਾ ਵਾਲੀ ਗੱਲ ਚੱਲੀ ਤੇ ਸਤਿਗੁਰੂ ਜੀ ਹੱਸ ਕੇ ਕਹਿਣ ਲੱਗੇ, ਬਾਦਸ਼ਾਹ ਜੀ ਤੁਸੀਂ ਇੱਕ ਮਣਕਾ ਚਾਹੁੰਦੇ ਹੋ ਤੇ ਤੁਹਾਡੇ ਚੰਦੂ ਦੀਵਾਨ ਨੇ ਸਾਡੇ ਪਿਤਾ ਨੂੰ ਜਦੋਂ ਕਸ਼ਟ ਦੇਣਾ ਕੀਤੇ ਹਨ, ਉਹਨਾਂ ਦੀ ਮਾਲਾ ਇਹਨੇ ਰੱਖੀ ਹੋਈ ਹੈ ਚੋਰੀ, ਉਹਨਾਂ ਕੋਲੋਂ ਲਾਹ ਲਈ ਹੈ ਤੇ ਇਹਦੇ ਘਰ ਹੈ ਤੇ ਉਹ ਸਾਰੀ ਆਪ ਮੰਗਾ ਕੇ ਯਾਦਗਾਰ ਵਜੋਂ ਕੋਲ ਰੱਖੋ। ਤੁਸੀਂ ਇੱਕ ਮਣਕਾ ਚਾਹੁੰਦੇ ਹੋ। ਜਦੋਂ ਉਹਨੂੰ ਬੁਲਾਇਆ ਗਿਆ ਤੇ ਮੁੱਕਰ ਗਿਆ ਤੇ ਸਤਿਗੁਰੂ ਜੀ ਕਹਿਣ ਲੱਗੇ, ਬਾਦਸ਼ਾਹ ਜੀ ਹੁਣ ਤੁਹਾਡੇ ਪ੍ਰਤੱਖ ਸਾਹਮਣੇ ਸਾਰੀ ਗੱਲ ਹੈ, ਜਿਹਦੇ ਕੋਲੋਂ ਮਾਲਾ ਨਿਕਲ ਆਵੇ ਤੇ ਫਿਰ। ਤੇ ਬਾਦਸ਼ਾਹ ਨੇ ਕਿਹਾ, ਫਿਰ ਇਹ ਤੁਹਾਡਾ ਜਿਹੜਾ ਹੈ ਚੋਰ ਹੈ, ਜੋ ਮਰਜ਼ੀ ਤੁਸੀਂ ਕਰ ਸਕਦੇ ਹੋ। ਸਤਿਗੁਰਾਂ ਕਿਹਾ ਸਾਨੂੰ ਕੁਝ ਲਿਖ ਕੇ ਦੇ ਦਿਓ 2 ਅੱਖਰ, ਕੱਲ੍ਹ ਨੂੰ ਕੋਈ ਇਹ ਨਾ ਕਹੇ ਐਵੇਂ ਨਾ ਨਜਾਇਜ਼ ਕੀਤੀ ਹੈ। ਇਸ ਕਰਕੇ ਸਤਿਗੁਰਾਂ ਨੇ ਸੱਚਾ ਜਦੋਂ ਵੀ ਕੀਤਾ, ਸੱਚਾ ਕੋਈ ਵੀ ਬਚਨ, ਸੱਚੀ ਕੋਈ ਮਰਜ਼ਾਦਾ ਧਾਰਨ ਕੀਤੀ, ਝੂਠ ਨਹੀਂ ਬੋਲਣਾ ਕੀਤਾ, ਨਾ ਕਿਸੇ ਨੂੰ ਦੱਸਿਆ ਹੈ। ਤੇ ਉਸ ਵੇਲੇ ਇਹ ਕੁਝ ਵਿਚਾਰ ਕਰਕੇ ਪੱਕੀ ਤੇ ਬਹਾਦਰ ਬਾਬਾ ਬਿਧੀ ਚੰਦ ਜੀ ਵੱਲੇ ਸਤਿਗੁਰਾਂ ਇਸ਼ਾਰਾ ਕੀਤਾ ਤੇ ਉਸੇ ਵੇਲੇ ਉਹ ਜਾ ਉਹਦੇ ਘਰ ਹਾਜ਼ਰ ਹੋਏ। ਇੱਕ ਮਾਲਾ ਨਹੀਂ, ਹੋਰ ਪਤਾ ਨਹੀਂ ਕਿੰਨੀਆਂ ਵਸਤਾਂ ਜਿਹੜੀਆਂ ਸੀ ਬਾਦਸ਼ਾਹ ਦੀਆਂ ਚੋਰੀ ਕਰਕੇ ਘਰ ਰੱਖੀਆਂ, ਉਹ ਬਾਬਾ ਜੀ ਸਾਰੀਆਂ ਲੈ ਆਏ। ਤੇ ਬਾਦਸ਼ਾਹ ਨੂੰ ਤਸੱਲੀ ਹੋ ਗਈ ਕਿ ਵਾਕਿਆ ਹੀ ਇਹ ਬੰਦਾ ਚੋਰ ਹੈ, ਝੂਠਾ ਹੈ। ਤੇ ਉਸ ਵੇਲੇ ਜਦੋਂ ਸਤਿਗੁਰਾਂ ਅਜੇ ਵੇਖਿਆ ਹੀ ਬਾਬੇ ਬਿਧੀ ਚੰਦ ਵੱਲੇ, ਤੇ ਉਹਨਾਂ ਸੋਚਿਆ ਕਿ ਹੁਣ ਸਤਿਗੁਰਾਂ ਨੇ ਇਸ਼ਾਰਾ ਕਰ ਦਿੱਤਾ ਕਿ ਇਹ ਨਾ ਹੋਵੇ ਫਿਰ ਇਹਦੇ 'ਤੇ ਤਰਸ ਕਰ ਜਾਣ। ਕਿਉਂਕਿ ਜਦੋਂ 5 ਸਿੱਖਾਂ ਨੂੰ ਨਾਲ ਪਾਤਸ਼ਾਹ ਖੜਿਆ ਸੀ, 5ਵੇਂ ਪਾਤਸ਼ਾਹ ਇਹਨਾਂ ਸਿੱਖਾਂ ਨੂੰ ਥੋੜ੍ਹਾ ਪਾਸੇ ਰੱਖਿਆ ਸੀ, ਪਰ ਇਹ ਵੇਂਦੇ ਸੀ ਜੋ ਕੁਝ ਸਤਿਗੁਰਾਂ ਦੇ ਨਾਲ ਉਹਨਾਂ ਹਾਲਤ ਜੋ ਕਰਨੀ ਚਾਹੀ ਸੀ ਉਸ ਵੇਲੇ ਇਹਨਾਂ ਦੀ ਪੇਸ਼ ਨਹੀਂ ਸੀ ਜਾ ਰਹੀ। ਬਾਬਾ ਬਿਧੀ ਚੰਦ ਜੀ ਨੇ ਆਪਣੇ ਨੇਤਰਾਂ ਨਾਲ ਵੇਖਿਆ ਸੀ ਜੋ ਜੋ ਦੁਸ਼ਟਾਂ ਨੇ ਕਸ਼ਟ ਦੇਣਾ ਕੀਤੇ ਸਨ। ਉਹਨਾਂ ਕਿਹਾ ਹੁਣ ਸਮਾਂ ਆ ਗਿਆ, ਜਿੰਨਾ ਚਿਰ ਅਸੀਂ ਬਦਲਾ ਨਾ ਲਈਏ ਸਾਨੂੰ ਸ਼ਾਂਤੀ। ਉਹਦੇ ਨੱਕ ਵਿੱਚ ਨਕਾਇਲ ਪਾ ਕੇ ਤੇ ਬਾਬਾ ਜੇਠਾ ਜੀ ਦੇ ਸਪੁਰਦ ਕਰ ਦਿੱਤਾ। ਸੋ ਉਸ ਵੇਲੇ ਗੁਰੂ ਕੀ ਸਾਧ ਸੰਗਤ ਐਸੀ ਹਾਲਤ ਜਿਹੜੀ ਸੀ, ਫਿਰ ਉਹਦਾ ਜੋ ਵੀ ਉਹਨੇ ਵਾਅਦਾ ਕੀਤਾ ਸੀ ਸਾਰਾ ਰਤੀ ਰਤੀ ਕਰਕੇ ਉਹਦੇ ਕੋਲ ਲੇਖਾ ਮੰਗਾਉਣਾ ਕੀਤਾ, ਟਕਾ ਟਕਾ ਮੰਗਾਇਆ। ਤੇ ਜਿਹੜੀ ਉਹ ਰੇਤ ਪਾਉਂਦਾ ਸੀ ਭੜਪੂੰਜਾ ਲਾਹੌਰ ਦੇ ਵਿੱਚ, ਜਿੱਥੇ ਚੰਦੂ ਦੀ ਹਵੇਲੀ ਸੀ, ਉਹਨੇ ਆਪਣੀ ਹਵੇਲੀ ਵਿੱਚ ਰੱਖ ਕੇ ਬਾਦਸ਼ਾਹ ਤੋਂ ਬਹਾਨਾ ਬਣਾ ਕੇ ਰੱਖਿਆ ਸੀ ਸਤਿਗੁਰਾਂ ਨੂੰ। ਬਾਦਸ਼ਾਹ ਨੂੰ ਕਹਿਣ ਲੱਗਾ ਤੁਸੀਂ ਜਾਓ ਦੱਖਣ ਦੇ ਇਲਾਕੇ ਵਿੱਚ ਤੇ ਮੈਂ ਮਾਮਲਾ ਕਰਾ ਕੇ ਮਗਰੋਂ ਆਵਾਂਗਾ। ਇਹ ਬਹਾਨੇ ਨਾਲ ਉਹਨੇ ਕਿਹਾ ਹੁਣ ਮੈਂ ਆਪਣੀ ਮਰਜ਼ੀ ਨਾਲ ਇਹਨਾਂ ਨੂੰ ਤੰਗ ਕਰਾਂਗਾ। ਪਰ ਪਰਮੇਸ਼ਰ ਦਾ ਕੌਣ ਵਾਲਵਿੰਗਾ ਕਰ ਸਕਦਾ ਹੈ। ਭਾਣੇ ਵਿੱਚ ਪ੍ਰਸੰਨ ਸੰਗ ਕਿ ਇਹਦੀ ਵੱਸ ਦੀ ਗੱਲ ਨਹੀਂ, ਇਹ ਖੇਡ ਹੀ ਇਸੇ ਤਰ੍ਹਾਂ ਵਰਤਣੀ ਹੈ। ਸੋ ਗੁਰੂ ਕੀ ਸਾਧ ਸੰਗਤ ਉਹ ਜਿਹੜਾ ਭੜਪੂੰਜਾ ਸੀ ਉਹ ਮਜਬੂਰ ਸੀ। ਤੇ ਜਦੋਂ ਲਾਹੌਰ ਦੇ ਵਿੱਚ ਗਲੀ ਗਲੀ ਫਿਰਾਇਆ ਹੈ ਤੇ ਗੁਰੂ ਕੀ ਸਾਧ ਸੰਗਤ
ਉਸ ਵੇਲੇ ਉਹਨੇ ਸੋਚਿਆ ਕਿ ਹੁਣ ਮੇਰਾ ਵੀ ਸਮਾਂ, ਨੇ ਫਿਰ ਦੱਸ ਦਿੱਤਾ ਕਿ ਮੈਂ ਮਜਬੂਰ ਸਾਂ। ਉਹੀ ਕੜਛਾ ਦੇ ਸਿਰ ਵਿੱਚ ਮਾਰਿਆ ਜਿੱਥੋਂ ਇਹਦਾ ਅੰਤ ਹੋ ਗਿਆ। ਚਰਨ ਕਰੋ ਸ੍ਰੀ ਵਾਹਿਗੁਰੂ। ਇਸ ਪ੍ਰਕਾਰ ਜ਼ਾਲਮਾਂ ਨੂੰ ਜਿਹੜੇ ਦੰਡ ਦਿੱਤੇ, 4 ਮਹਾਨ ਜੰਗ ਕੀਤੇ ਸਤਿਗੁਰਾਂ ਨੇ। ਇਸੇ ਪ੍ਰਕਾਰ ਹੋ ਕਈ ਥਾਂ 'ਤੇ ਰਚਨਾ ਕੀਤੀ ਤੀਰਥਾਂ ਦੀ, ਕਈ ਨਗਰ ਵੀ ਵਸਾਏ। ਸੋ ਗੁਰੂ ਕੀ ਸਾਧ ਸੰਗਤ ਸਤਿਗੁਰਾਂ ਨੇ ਫਿਰ ਸਾਰੀ ਜਿਹੜੀ ਆਪਣੀ ਆਜੂ ਦੇ ਵਿੱਚ ਸੰਸਾਰਕ ਤੌਰ 'ਤੇ ਦੱਸਿਆ ਹੈ ਵਿਦਵਾਨਾਂ ਨੇ, ਆਮ ਕਰਕੇ 31 ਸਾਲ ਤੇ 11 ਮਹੀਨਿਆਂ ਦੇ ਕਰੀਬ ਕੁਝ ਦਿਨ ਉੱਤੇ ਬਣਦੇ ਹਨ। ਗੁਰਗੱਦੀ 6ਵੇਂ ਪਾਤਸ਼ਾਹ ਜੀ ਨੇ ਕਰਕੇ ਸੰਗਤਾਂ ਨੂੰ ਤਾਰਨਾ ਕੀਤਾ। ਕਿਸੇ ਵਿਦਵਾਨ ਨੇ 37 ਸਾਲ ਵੀ ਲਿਖੇ ਹਨ, ਰਹੋ ਵਿਚਾਰ। ਪਰ ਆਮ ਕਰਕੇ ਮੁੱਖ ਜਿਹੜੀ ਇਹ ਲਿਖਤ 31 ਸਾਲ ਦੱਸਿਆ ਹੈ। ਤਾਂ ਗੁਰੂ ਕੀ ਸਾਧ ਸੰਗਤ ਇਸ ਪ੍ਰਕਾਰ 3 ਮਾਰਚ 1644 ਈਸਵੀ ਨੂੰ ਸਤਿਗੁਰਾਂ ਨੇ ਆਪਣਾ ਇਹ ਪਵਿੱਤਰ ਚੋਲਾ ਤਿਆਗ ਕੇ ਤੇ ਸੱਚਖੰਡ ਪਿਆਨਾ ਕੀਤਾ। ਸੋ ਬੇਅੰਤ ਸੰਗਤਾਂ 'ਤੇ ਪਰਉਪਕਾਰ ਕਰਦੇ ਹੋਏ ਸਤਿਗੁਰਾਂ ਨੇ ਅੱਗੇ ਤੋਂ ਸੰਤ ਸਿਪਾਹੀ ਬਣਾ ਦਿੱਤਾ ਕਿ ਮੇਰਾ ਜਿਹੜਾ ਸਿੱਖ ਹੈ ਪਰਮੇਸ਼ਰ ਨੂੰ ਵੀ ਯਾਦ ਕਰੇਗਾ, ਭਗਤੀ ਵੀ ਕਰੇਗਾ, ਸੇਵਾ ਵੀ ਕਰੇਗਾ, ਸੰਗਤ ਵੀ ਕਰੇਗਾ, ਨਾਲ ਚੌਕਸੀ ਵੀ ਵਰਤੇਗਾ। ਜਿਵੇਂ ਫੌਜੀ ਜਿਹੜੇ ਹਨ ਡਿਊਟੀ ਕਰਦੇ ਹੋਏ ਡਿਊਟੀ 'ਤੇ ਖਲੋਤੇ ਵੀ ਪਰਮੇਸ਼ਰ ਨੂੰ ਵੀ ਯਾਦ ਕਰਦੇ ਹਨ, ਨਾਲੇ ਸਾਵਧਾਨੀ ਵੀ ਰੱਖਦੇ ਹਨ। ਸਤਿਗੁਰਾਂ ਕਿਹਾ ਐਸਾ ਮੇਰਾ ਸਿੱਖ ਹੋਵੇਗਾ ਜੋ ਐਸੀ ਨੀਂਹ ਰੱਖੀ। 10ਵੇਂ ਪਾਤਸ਼ਾਹ ਜੀ ਦੇ ਵੇਲੇ ਸੰਪੂਰਨ ਉਹ ਕਾਰਜ ਹੋਇਆ ਜੋ ਅੱਜ ਤੱਕ ਉਹ ਪੰਥ ਜਿਹੜਾ ਪ੍ਰਫੁੱਲਤ ਹੈ, ਭਾਵੇਂ ਨੂੰ ਮੇਟਣ ਦੇ ਬੜੇ ਯਤਨ ਹੋ ਰਹੇ ਹਨ, ਪਰ ਜਿਹੜਾ ਪਰਮੇਸ਼ਰ ਦੀ ਅਕਾਲ ਪੁਰਖ ਦੀ ਆਗਿਆ ਨਾਲ ਬਣਿਆ ਹੈ ਉਹਦਾ ਕੋਈ ਵਾਲ ਵਿੰਗਾ ਨਹੀਂ ਕਰ ਸਕਦਾ। ਸਾਡੀਆਂ ਕਮੀਆਂ ਪੇਸ਼ੀਆਂ ਕਰਕੇ ਕਈ ਸਮੱਸਿਆ ਆਉਂਦੀਆਂ ਹਨ। ਸੋ ਗੁਰੂ ਕੀ ਸਾਧ ਸੰਗਤ 48 ਸਾਲ ਤੇ ਕੁਝ ਉੱਤੇ ਸਮਾਂ ਬਣਦਾ ਹੈ। ਸਤਿਗੁਰਾਂ ਦੀ ਸੰਸਾਰਕ ਜਿਹੜੀ ਯਾਤਰਾ ਹੈ, ਆਜੂ ਹੈ, ਉਹਦੇ ਅਨੁਸਾਰ ਸੰਗਤਾਂ ਨੂੰ ਤਾਰਨਾ ਕੀਤਾ। ਕਿਉਂਕਿ ਇਸੇ ਕਾਰਨ ਸਤਿਗੁਰਾਂ ਕਿਹਾ ਵੱਡੀ ਆਰਜਾ ਹਰਿ ਗੋਬਿੰਦ ਕੀ। ਵੱਡੀ ਆਰਜਾ ਤਾਂ ਹੀ ਕਿਹਾ ਹੈ ਕਿ ਇਹਨਾਂ ਨੇ ਜਿੰਨਾ ਸਮਾਂ ਗੁਰਗੱਦੀ 'ਤੇ ਬੈਠ ਕਰਕੇ ਸੰਗਤਾਂ ਨੂੰ ਤਾਰਨਾ ਕੀਤਾ ਹੈ। ਜਿਹੜੇ ਪ੍ਰਿਥੀ ਚੰਦ ਵਰਗੇ ਕਹਿੰਦੇ ਸੀ ਇਹਨਾਂ ਦੇ ਘਰ ਕੋਈ ਬੱਚਾ ਪੈਦਾ ਨਹੀਂ ਹੋਣਾ, ਤੇ ਉਹ ਐਸੇ ਕਾਰਨਾਮੇ ਸੰਸਾਰ 'ਤੇ ਕਰ ਦਿੱਤੇ ਜਿਨ੍ਹਾਂ ਦੇ ਵਰਗਾ ਨਾ ਕੋਈ ਹੋਇਆ ਤੇ ਨਾ ਹੋਵੇਗਾ। ਚਰਨ ਕਰੋ ਸ੍ਰੀ ਵਾਹਿਗੁਰੂ। ਸੋ ਉਹਨਾਂ ਸਤਿਗੁਰਾਂ ਦਾ ਅੱਜ ਪ੍ਰਕਾਸ਼ ਦਿਹਾੜਾ ਸੰਗਤਾਂ ਮਨਾ ਰਹੀਆਂ ਹਨ। ਮਹਾਰਾਜ ਕਿਰਪਾ ਕਰਨ ਸੰਗਤ ਨੂੰ, ਪੰਥ ਨੂੰ ਲਾਹੇਵੰਦ ਹੋਵੇ, ਧਰਮ ਦਾ ਵਾਧਾ ਹੋਵੇ। ਹੁਣ ਆਓ ਜੋ ਸਤਿਗੁਰਾਂ ਦਾ ਫਰਮਾਨ ਹੈ। ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਕਹਿੰਦੇ ਭਾਈ ਜਿਨ੍ਹਾਂ ਕੋਲ ਪਤੀ ਪਰਮੇਸ਼ਰ ਦਾ ਆਸਰਾ ਨਹੀਂ, ਉਹਦਾ ਨਾਮ ਨਹੀਂ, ਉਹਨਾਂ ਨੂੰ ਇਹ ਮਹੀਨਾ ਤਪਸ਼ ਵਾਲਾ ਗਰਮ ਲੱਗਦਾ ਹੈ। ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਗੀ ਆਸ। ਜਿਹੜਾ ਸਾਰੇ ਸੰਸਾਰ ਨੂੰ ਜੀਵਨ ਦੇਣ ਵਾਲਾ ਹੈ, ਜਗਤ ਨੂੰ ਜੀਵਨ ਦੇਣ ਵਾਲਾ, ਜਗ ਜੀਵਨ ਨੂੰ ਤਾਂ ਕਿਹਾ ਹੈ। ਜਿਹੜਾ ਸਾਰਿਆਂ ਨੂੰ ਜੀਵਨ ਬਖਸ਼ਣ ਵਾਲਾ ਹੈ ਉਹਨੂੰ ਛੱਡ ਕੇ ਤੇ ਬੰਦੇ ਦੀ ਆਸ ਬਣਾ ਲਿਖਣਾ ਕੀਤਾ ਹੈ। ਸੋ ਇਸ ਕਾਰਨ ਜਿਹੜਾ ਮੁੱਢ ਨੂੰ ਛੱਡ ਕੇ ਤੇ ਟਾਹਣੀਆਂ ਦੇ ਪੱਤਿਆਂ ਦੇ ਨਾਲ ਚੁੰਬੜਨਾ ਕੋਈ ਸਿਆਣਪ ਨਹੀਂ। ਇਸ ਕਰਕੇ ਕਹਿੰਦੇ ਵੇਖੋ ਪੰਛੀਆਂ ਕੋਲ ਮੰਗਣ ਨਹੀਂ ਜਾਂਦੇ ਭਿੱਖਿਆ, ਤੇ ਪਸ਼ੂਆਂ ਕੋਲ ਨਹੀਂ ਮੰਗਦੇ। ਇੱਕ ਮਨੁੱਖ ਹੈ ਜਿਹਨੂੰ ਏਡੀ ਜੂਨ ਸਾਰਿਆਂ 84 ਲੱਖ ਜੂਨਾਂ ਤੋਂ ਉਤਮ ਬਖਸ਼ੀ ਹੈ, ਸਾਰੇ ਜਨਮਾਂ ਤੋਂ ਉਤਮ ਜਨਮ ਮਿਲਿਆ, ਪਰ ਅਸਲ ਮਾਲਕ ਨੂੰ ਛੱਡ ਕੇ ਹੋਰ ਥਾਂ 'ਤੇ ਭਟਕਦਾ ਹੈ ਬਿਨਾਂ ਸੋਝੀ ਤੋਂ। ਇਹਨੂੰ ਗਿਆਨ ਹੋਵੇ ਤੇ ਕਦੇ ਵੀ ਧੋਖਾ ਨਾ ਖਾਵੇ, ਅਸਲ ਟਿਕਾਣੇ 'ਤੇ ਪਹੁੰਚ ਜਾਵੇ, ਪਰ ਅਗਿਆਨਤਾ ਕਾਰਨ ਭਟਕਦਾ ਰਹਿੰਦਾ ਹੈ ਜਿੰਨਾ ਚਿਰ ਪੂਰੇ ਗੁਰੂ ਦੀ ਸ਼ਰਨ ਵਿੱਚ ਨਹੀਂ ਆਉਂਦਾ। ਸਤਿਗੁਰੂ ਜੀ ਕਹਿੰਦੇ ਹੋਰ ਥਾਂ 'ਤੇ ਆਸ ਕਰਤਾ ਤੇ ਬੰਦੇ ਦਾ ਕੋਈ ਭਰੋਸਾ ਨਹੀਂ, ਕਦੋਂ ਉਹਨੇ ਮਿੱਤਰ ਬਣਨਾ, ਕਦੋਂ ਕਾਰਜ ਸਵਾਰਨਾ, ਤੇ ਕਦੋਂ ਪਾਸੇ ਹੋ ਕੇ ਨਾਰਾਜ਼ ਹੋ ਕੇ ਹੋਰ ਪਾਸੇ ਤੁਰ ਪੈਣਾ, ਉਹਦੇ ਉਲਟ ਹੋ ਜਾਣਾ। ਉਹ ਪਰਮੇਸ਼ਰ ਤੇ ਗੁਰੂ ਧਨ ਹਨ ਜਿਹੜੇ ਸਦਾ ਹੀ ਸੇਵਕਾਂ ਦੀ ਸਹਾਇਤਾ ਕਰਦੇ ਹਨ। ਦੂਏ ਭਾਏ ਵਜੁਚੀ ਐ ਗਲ ਪਈ ਸਜਮ ਕੀ ਫਾਸ। ਸਤਿਗੁਰੂ ਜੀ ਕਹਿੰਦੇ ਜਿਹੜਾ ਇੱਕ ਰਸਤਾ ਨਾ ਸਭ ਤੋਂ ਵੱਡਾ ਦੱਸਿਆ ਹੈ ਗਾਲੀ ਰਸਤਾ, ਉਹਨੂੰ ਛੱਡ ਕੇ ਤੇ ਦੂਏ ਭਾਅ ਕਹਿੰਦੇ ਦੂਜੇ ਰਸਤੇ ਦਵੈਤ ਭਾਅ ਵਾਲੇ ਰਸਤੇ ਹੋਰ ਬੰਨੇ ਤੁਰ ਪਿਆ, ਤੇ ਫਿਰ ਜਮਾਂ ਦੀ ਫਾਈ ਗੱਲ ਪੈਂਦੀ। ਕਿਉਂਕਿ ਸਿਆਣਿਆਂ ਨੇ ਕਿਹਾ ਇੱਕ ਰਸਤਾ ਚੰਗਾ ਹੈ, ਉਧਰ ਕੋਈ ਖਤਰਾ ਨਹੀਂ, ਤੇ ਇੱਕ ਰਸਤੇ ਵਿੱਚ ਰਾਹ ਵਿੱਚ ਚੋਰ ਡਾਕੂ ਹਨ, ਧਾੜਵੀ ਹਨ, ਬੜੀ ਉੱਥੇ ਮੁਸ਼ਕਿਲ ਬਣਦੀ ਹੈ, ਦੁੱਖ ਦਿੰਦੇ ਹਨ ਯਾਤਰੂਆਂ ਨੂੰ। ਤੇ ਜੇ ਕੋਈ ਸੁਣ ਕੇ ਮਾੜੇ ਰਸਤੇ ਪਵੇ ਤੇ ਫਿਰ ਉਹਨਾਂ ਦੇ ਕਾਬੂ ਆ ਜਾਂਦਾ ਹੈ, ਜੀਆਂ ਨੂੰ ਮਾਰ ਵੀ ਦਿੰਦੇ ਹਨ, ਮਾਲ ਸੁਭਾਵ ਖੋਹ ਵੀ ਲੈਂਦੇ ਹਨ, ਫਿਰ ਉੱਥੇ ਕਿਸੇ ਦਾ ਦੋਸ਼ ਨਹੀਂ। ਹੁਣ ਕਈ ਕਹਿੰਦੇ ਜੀ ਇੱਥੇ ਫਿਰ ਪਰਮੇਸ਼ਰ ਜਾਣਦਾ, ਉਹਦੀ ਖੇਡ ਹੈ, ਬੰਦੇ ਦਾ ਕੀ ਦੋਸ਼। ਭਗਤ ਕਬੀਰ ਜੀ ਕਹਿੰਦੇ ਜਦੋਂ ਬਹੁ ਬਿਦ ਕਹਿਓ ਪੁਕਾਰ, ਕਈ ਤਰ੍ਹਾਂ ਪੁਕਾਰ ਕੇ ਦੱਸਿਆ ਵੇਦਾਂ ਗ੍ਰੰਥਾਂ ਨੇ, ਮਹਾਂਪੁਰਖਾਂ ਨੇ,
ਭਾਈ ਆਹ ਰਸਤਾ ਚੰਗਾ ਹੈ ਮਾੜਾ ਹੈ, ਇੱਧਰ ਤੈਨੂੰ ਆ ਲਾਭ ਹੋਵੇਗਾ, ਇੱਧਰ ਤੈਨੂੰ ਆ ਮੁਸ਼ਕਲ ਆਵੇਗੀ। ਜਿਹੜਾ ਫਿਰ ਨਾ ਸਮਝੇ ਤੇ ਪਰਮੇਸ਼ਰ ਦਾ ਗੁਰੂ ਦਾ ਕੀ ਦੋਸ਼ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਦੂਜੇ ਭਾਵ ਦੂਜੇ ਰਸਤੇ ਤੁਰਿਆ ਖਰਾਬ ਹੋਈਦਾ ਹੈ, ਖੁਆਰ ਹੋਈਦਾ ਹੈ ਤੇ ਗਲ ਜਮਾ ਦੀ ਫਾਈ ਪੈਂਦੀ ਹੈ, ਕੋਈ ਉੱਥੇ ਬਚਾਉਂਦਾ ਨਹੀਂ ਹੈ। ਜਿਹਾ ਬੀਜੈ ਸੋ ਲੋੜੈ ਮੱਥੇ ਜੋ ਲਿਖਿਆਸ। ਕਹਿੰਦੇ ਫਿਰ ਇਹ ਧਰਤੀ ਜਿਹੜੀ ਹੈ ਤੇਰਾ ਸਰੀਰ ਹੈ, ਸਰੀਰ ਧਰਤੀ ਹੈ, ਇਹਦੇ ਵਿੱਚ ਜਿਹੋ ਜਿਹਾ ਬੀਜ ਬੀਜੇਗਾ ਇਹਦੇ ਨਾਲ ਉਹੋ ਜਿਹਾ ਤੈਨੂੰ ਵੱਢਣਾ ਪਵੇਗਾ। ਆਪ ਬੀਜ ਆਪੇ ਹੀ ਖਾਓ। ਇਸ ਕਰਕੇ ਉਹ ਪਰਮੇਸ਼ਰ ਕਿਸੇ ਦਾ ਵੈਰੀ ਨਹੀਂ ਤੇ ਉਹਨੇ ਇਹਨੂੰ ਕਰਮਾਂ ਅਨੁਸਾਰ ਜੋ ਫਲ ਭੁਗਤਾਉਣਾ ਹੈ। ਉਹਨੇ ਧਰਮਰਾਜ ਦੀ ਡਿਊਟੀ ਲਾਈ ਹੈ, ਧਰਮਰਾਜ ਨੂੰ ਹੁਕਮ ਹੈ ਬਸ ਸੱਚਾ ਧਰਮ ਵਿਚਾਰ। ਇਹ ਧੁਰੋਂ ਲਿਖਾ ਕੇ ਉਹਦੇ ਅਨੁਸਾਰ ਜੋ ਕਰਮ ਆਇਆ ਹੈ, ਪਿਛਲੇ ਕਰਮਾਂ ਅਨੁਸਾਰ ਇਹਦਾ ਜੀਵਨ ਬਣਿਆ, ਉਹਦੇ ਅਨੁਸਾਰ ਇਹਨੇ ਭੋਗਣਾ ਹੈ। ਅੱਗੇ ਗੁਰੂ ਕੀ ਸ਼ਰਨ ਵਿੱਚ ਆ ਜਾਵੇਗਾ ਤੇ ਲੇਖਾ ਗੁਰੂ ਬਦਲ ਦਿੰਦੇ ਹਨ। ਇਸ ਕਰਕੇ ਉਹਦੀ ਗੱਲ ਮੰਨਦਾ ਨਹੀਂ ਤੇ ਫਿਰ ਸਦਾ ਦੁਖੀ ਰਹਿੰਦਾ ਹੈ। ਲੈਣ ਵਿਹਾਣੀ ਪਸਤਾਣੀ ਉੱਠ ਚੱਲੀ ਗਈ ਨਿਰਾਸ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਵੇਖੋ ਮਿਸਾਲ ਦਿੱਤੀ ਜੇ ਪਤੀ ਪਰਤਾ ਇਸਤਰੀਆਂ ਹਨ, ਉਹ ਆਪਣੇ ਪਤੀ ਦੀ ਸਮੇਂ ਅਨੁਸਾਰ ਸੇਵਾ ਕਰਦੀਆਂ ਹਨ, ਉਹਨੂੰ ਭੋਜਨ ਪਾਣੀ ਹਰ ਤਰ੍ਹਾਂ ਦੀ ਸੇਵਾ ਕਰਕੇ ਪ੍ਰਸੰਨ ਕਰਦੀਆਂ ਹਨ। ਤੇ ਜਿਹੜੀਆਂ ਦੁਹਾਗਣਾ ਹਨ ਆਪਣੇ ਮਨ ਦੀ ਮਰਜ਼ੀ ਕਰਨ ਵਾਲੀਆਂ ਔਗਣਾ ਵਾਲੀਆਂ, ਉਹ ਸਮਾਂ ਗਵਾ ਲੈਂਦੀਆਂ ਫਿਰ ਪਛਤਾਉਂਦੀਆਂ ਹਨ, ਫਿਰ ਉਹ ਸਮਾਂ ਹੱਥ ਨਹੀਂ ਆਉਂਦਾ। ਇਸੇ ਤਰ੍ਹਾਂ ਜੀਵ ਜਿਹੜਾ ਹੈ ਆਪਣੀ ਉਮਰ ਜਿਹੜੀ ਹੈ ਇਹ ਰਾਤ ਵਾਂਗੂ ਸਾਰੀ ਗਵਾ ਲੈਂਦਾ ਹੈ ਤੇ ਜਦੋਂ ਜੰਮ ਆਣ ਕੇ ਸਿਰ 'ਤੇ ਡੰਡਾ ਮਾਰਦੇ ਹਨ, ਐਸਾ ਉਹ ਬਹੁਤ ਸੂਇਆਂ ਵਰਗਾ ਡੰਡਾ ਹੁੰਦਾ ਹੈ, ਜੰਮ ਦੰਡ ਜਿਹਨੂੰ ਕਿਹਾ ਹੈ, ਬੜੇ ਤਿੱਖੇ ਸੂਏ ਹੁੰਦੇ ਹਨ। ਉਹ ਸਿਰ 'ਤੇ ਜਦੋਂ ਆਣ ਕੇ ਵੱਜਦਾ ਹੈ ਤੇ ਜੀਵ ਅੱਬੜਵਾਇਆ ਹੈਰਾਨ ਹੋ ਜਾਂਦਾ ਹੈ ਮੇਰੇ ਨਾਲ ਕੀ ਹੋ ਗਿਆ, ਫਿਰ ਸਮਾਂ ਨਹੀਂ ਮਿਲਦਾ ਕੁਝ ਵਿਚਾਰਨ ਦਾ। ਤੇ ਸਤਿਗੁਰੂ ਜੀ ਕਹਿੰਦੇ ਇਸ ਕਰਕੇ ਦੂਜੇ ਭਾਏ ਇਹ ਸਤਿਗੁਰੂ ਜੀ ਕਹਿੰਦੇ ਦੂਜੇ ਭਾਏ ਗੁੱਚੀਏ ਗਲ ਪਈ ਸੋ ਜਮ ਕੀ ਫਾਸ, ਜਿਹਾ ਬੀਜੇ ਸੋਲਣੇ ਮੱਥੇ ਜੋ ਲਿਖਿਆਸ। ਜੋ ਮਾੜੇ ਕਰਮ ਲਿਖਾ ਕੇ ਆਇਆ ਉਹਦੇ ਅਨੁਸਾਰ ਜੋ ਇਹਨੇ ਕਰਮ ਕੀਤੇ ਹਨ ਇਹਨੂੰ ਹੁਣ ਫਲ ਭੋਗਣਾ ਪਵੇਗਾ, ਕੋਈ ਮੇਟਣ ਵਾਲਾ ਨਹੀਂ ਹੈ। ਜਿਨ ਕੋ ਸਾਧੂ ਭੇਟੀਐ ਸੋ ਦਰਗੇ ਹੋਏ ਖਲਾਸ। ਫਿਰ ਇੱਥੇ ਵਿਚਾਰ ਆਉਂਦੀ ਕਿ ਕਿਸੇ ਦਾ ਬਚਾਅ ਹੋਵੇਗਾ, ਇਹ ਜੀਵ ਦਾ ਕੋਈ ਭਲਾ ਵੀ ਹੋ ਸਕਦਾ ਕਿ ਨਹੀਂ। ਸਤਿਗੁਰੂ ਜੀ ਕਹਿੰਦੇ ਹਨ ਭਾਈ ਜਿਨ੍ਹਾਂ ਨੇ ਆਪਣੇ ਮਨ ਨੂੰ ਸਰੀਰ ਨੂੰ ਇੰਦਰੀਆਂ ਨੂੰ ਸਾਧਿਆ ਹੈ, ਨੌ ਦੁਆਰੇ ਸਾਧ ਸਧਾਇਆ, ਜਿਨ੍ਹਾਂ ਨੇ ਨੌ ਦੁਆਰਿਆਂ ਨੂੰ ਸਾਧਿਆ ਹੈ ਉਹ ਸਾਧ ਕਹਾਉਣ ਦੇ ਹੱਕਦਾਰ ਹਨ। ਸਾਧ ਨਾਮ ਨਿਰਮਲਤਾ ਕੇ ਕਰਮ, ਜਿਨ੍ਹਾਂ ਦਾ ਕਰਮ ਵਿਹਾਰ ਸੱਚਾ ਹੈ ਸਾਫ਼ ਹੈ ਉਹਨਾਂ ਨੂੰ ਸਾਧ ਕਿਹਾ ਜਾਂਦਾ ਹੈ। ਤੇ ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਨੇ ਐਸੇ ਸਾਧੂਆਂ ਦੀ ਸੰਗਤ ਕੀਤੀ ਹੈ ਤੇ ਉਹਨਾਂ ਦੀ ਦਰਗਾਹ ਵਿੱਚ ਵੀ ਖਲਾਸੀ ਹੈ, ਉਹਨਾਂ ਨੂੰ ਕੋਈ ਬੰਨਣ ਵਾਲਾ ਨਹੀਂ, ਉਹ ਬੰਨਣਾ ਦੇ ਵਿੱਚ ਬੱਧੇ ਨਹੀਂ ਰਹਿੰਦੇ ਤੇ ਉਹ ਜਿੱਥੇ ਮਰਜ਼ੀ ਜਾ ਸਕਦੇ। ਜਨਕ ਰਾਜੇ ਵਾਂਗੂ ਆਪਣੀ ਮਰਜ਼ੀ ਅਨੁਸਾਰ ਕੋਈ ਇਹਨਾਂ ਨੂੰ ਰੋਕ ਟੋਕ ਕਰਨ ਵਾਲਾ ਨਹੀਂ। ਇਸ ਕਰਕੇ ਚੰਗਿਆਂ ਦੀ ਸੰਗਤ ਕਰਨ ਵਾਲੇ ਸਦਾ ਹੀ ਲੋਕ ਪਰਲੋਕ ਵਿੱਚ ਆਪਣੀ ਜਿਹੜੀ ਜ਼ਿੰਦਗੀ ਸਫਲ ਕਰਦੇ ਹਨ, ਉਹਨਾਂ ਨੂੰ ਕੋਈ ਗੁਲਾਮੀ ਭੋਗਣੀ ਨਹੀਂ ਪੈਂਦੀ ਹੈ। ਕਰ ਕਿਰਪਾ ਪ੍ਰਭ ਆਪਣੇ ਤਿਨ ਦਰਸ਼ਨ ਹੋਏ ਪਿਆਸ। ਇਸ ਕਰਕੇ ਉਹਦੇ ਗਾੜੀ ਬੇਨਤੀ ਕਰਨ ਦੀ ਸਾਨੂੰ ਜਾਚ ਮਹਾਰਾਜ ਦੱਸ ਰਹੇ, ਵਾਹਿਗੁਰੂ ਕਿਰਪਾ ਕਰ, ਆਪਣੀ ਐਸੀ ਸਾਡੇ ਤੇ ਰਹਿਮਤ ਕਰ, ਸਾਡੇ ਅੰਦਰ ਪਿਆਸ ਲੱਗ ਜਾਵੇ ਕਿ ਤੇਰੇ ਸਾਨੂੰ ਦਰਸ਼ਨ ਹੋ ਜਾਣ। ਜਿਨ੍ਹਾਂ 'ਚ ਸਾਨੂੰ ਤੇ ਨਹੀਂ ਲੱਗਦੀ ਅਸੀਂ ਉਹਦੇ ਦਰਸ਼ਨ ਮੰਗਦੇ ਨਹੀਂ। ਅਸੀਂ ਤੇ ਹੋਰ ਵਸਤਾਂ ਮੰਗਦੇ, ਸਾਰੀ ਉਮਰ ਸਮਾਂ ਲੰਘਾ ਲੈਂਦੇ ਹਾਂ, ਪਰ ਜੇ ਤੂੰ ਪੂਰੀ ਪੈਣੀ ਹੈ ਉਹ ਗੱਲ ਮੰਗੀ ਨਹੀਂ, ਉਹ ਵਸਤੂ ਮੰਗੀ ਨਹੀਂ ਤੇ ਪੂਰੀ ਕਿਵੇਂ ਪਵੇ। ਸਤਿਗੁਰੂ ਜੀ ਇਸ ਕਰਕੇ ਕਹਿੰਦੇ ਮਹਾਰਾਜ ਸਾਨੂੰ ਪ੍ਰਤੱਖ ਦਰਸ਼ਨ ਦੇਣਾ ਕਰ। ਜਿਨ੍ਹਾਂ ਦੇ ਮਨ 'ਚ ਭਾਵਨਾ ਸੀ ਉਹਨਾਂ ਨੂੰ ਦਿੱਤੇ ਵੀ ਹਨ, ਜਿਹੜੇ ਕਹਿੰਦੇ ਰੱਬ ਕਿਹੜਾ ਕਿਸੇ ਵੇਖਿਆ। ਤੇ ਸਤਿਗੁਰੂ ਜੀ ਕਹਿੰਦੇ ਧੰਨੇ ਭਗਤ ਨੂੰ ਉਹਨਾਂ ਪ੍ਰਤੱਖ ਹੋ ਕੇ ਦਰਸ਼ਨ ਦਿੱਤੇ, ਉਹਨਾਂ ਦੇ ਕਾਜ ਸਵਾਰੇ। ਇਸੇ ਤਰ੍ਹਾਂ ਭਾਗ ਭਰੀ ਮਾਤਾ ਕਸ਼ਮੀਰ ਵਿੱਚ ਯਾਦ ਕਰਦੀ ਸੀ ਸਤਿਗੁਰਾਂ ਨੂੰ, ਉੱਥੇ ਜਾ ਕੇ ਛੇਵੇਂ ਪਾਤਸ਼ਾਹ ਨੂੰ ਦਰਸ਼ਨ ਦੇ ਕੇ ਨਿਹਾਲ ਕੀਤਾ, ਭਾਈ ਪੱਲੇ ਨੂੰ ਉਤਾਰਿਆ। ਇਸੇ ਤਰ੍ਹਾਂ ਹੋਰ ਅਨੇਕ ਜੀਵ ਐਸੇ ਹਨ ਜਿਨ੍ਹਾਂ ਨੇ ਉਹਨੂੰ ਸਤਿਗੁਰੂ ਨੂੰ ਯਾਦ ਕੀਤਾ। ਦਸਵੇਂ ਪਾਤਸ਼ਾਹ ਜੀ ਨੇ ਸਤਾਰੇ ਦੀ ਜੇਲ੍ਹ ਵਿੱਚ ਜਾ ਕੇ ਉਹ 2 ਰਜਵਾੜਿਆਂ ਨੂੰ ਆਜ਼ਾਦ ਕਰਾਇਆ ਜੇਲ੍ਹ ਵਿੱਚੋਂ। ਤੇ ਸਤਿਗੁਰੂ ਜੀ ਕਹਿੰਦੇ ਇਸ ਕਰਕੇ ਜਿਨ੍ਹਾਂ ਦੇ ਮਨ 'ਚ ਪਿਆਸ ਹੈ ਭਾਈ ਉਹਨਾਂ ਨੂੰ ਉਹ ਦਰਸ਼ਨ ਦੇ ਕੇ ਪ੍ਰਤੱਖ ਦਰਸ਼ਨ ਦੇ ਕੇ ਨਿਹਾਲ ਕਰ ਦਿੰਦਾ ਹੈ। ਉਹਨਾਂ ਨੂੰ ਫਿਰ ਥਾਂ ਤੇ ਭਟਕਣ ਦੀ ਕੋਈ ਲੋੜ ਨਹੀਂ ਰਹਿੰਦੀ ਹੈ। ਪ੍ਰਭ ਤੁਧ ਬਿਨਾ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ। ਕਹਿੰਦੇ ਮਹਾਰਾਜ ਪਰਮੇਸ਼ਰ ਵਾਹਿਗੁਰੂ ਜੀ
ਤੇਰੇ ਤੋਂ ਬਿਨਾ ਤੇਰੇ ਵਰਗਾ ਤੇਰੇ ਬਰਾਬਰ ਦਾ ਹੈ ਕੋਈ ਨਹੀਂ। ਸਾਡੀ ਇਹ ਬੇਨਤੀ ਤੇਰੇ ਅੱਗੇ ਤਾਂ ਹੈ, ਕਿਸੇ ਅੱਗੇ ਹੋਰ ਜਾ ਕੇ ਤਾਂ ਆਖੀਏ ਕੋਈ ਤੇਰਾ ਸ਼ਰੀਕ ਤੇਰੇ ਵਰਗਾ ਹੋਵੇ ਤੇ ਤੈਨੂੰ ਛੱਡ ਕੇ ਉਧਰ ਚਲੇ ਜਾਈਏ। ਇੱਕ ਤੇਰੇ ਵਰਗਾ ਤੂੰ ਹੀ ਹੈ, ਤਾਂ ਹੀ ਉਹਦੇ ਨਾਲ ਏਕਾ ਲੱਗਦਾ, ਇੱਕ ਓੰਕਾਰ। ਕਿਤੇ ਦੋ ਓੰਕਾਰ ਜਾਂ ਬਹੁਤੇ ਓੰਕਾਰ ਨਹੀਂ ਲਿਖੇ। ਸਤਿਗੁਰਾਂ ਨੇ ਸਾਨੂੰ ਸਮਝਾਉਣ ਵਾਸਤੇ ਬਹੁਤ ਵੱਡਾ ਪਰਉਪਕਾਰ ਕੀਤਾ। ਪਤਾ ਨਹੀਂ ਕਿੰਨੀ ਵਾਰ ਨਾਲ ਏਕਾ ਲਾ ਕੇ ਉਚਾਰਨ ਕਰਕੇ ਸਾਨੂੰ ਦੱਸਣਾ ਕੀਤਾ, ਭਾਈ ਜਿਹੜਾ ਇੱਕ ਹੈ ਜਿਹਦੇ ਵਰਗਾ ਕੋਈ ਨਹੀਂ, ਉਹਦੀ ਸ਼ਰਨ ਵਿੱਚ ਆਉਣਾ ਕਰੋ, ਉਹਦੇ ਅੱਗੇ ਬੇਨਤੀ ਕਰੋ। ਹੇ ਪਰਮੇਸ਼ਰ, ਇਹ ਸਾਨੂੰ ਪਤਾ ਲੱਗਾ ਸੰਗਤ ਵਿੱਚ ਤੂੰ ਹੈਗਾ ਹੈ, ਪਰ ਸਾਨੂੰ ਪਤਾ ਨਹੀਂ ਤੂੰ ਕਿਹੋ ਜਿਹਾ ਹੈ, ਤੇ ਸਾਨੂੰ ਗੁਰੂ ਦੇ ਸ਼ਰਨੇ ਲਿਆ ਕਰਕੇ ਆਪਣੇ ਨਾਲ ਮਿਲਾ ਲੈ। ਆਸਾਰ ਸਹੰਦਾ ਤਿਸ ਲਗੈ, ਜਿਸ ਮਨ ਹਰ ਚਰਨ ਨਿਵਾਸ। ਆਸਾਰ ਸਹੰਦਾ ਤਿਸ ਲਗੈ, ਜਿਸ ਮਨ ਹਰ ਚਰਨ ਨਿਵਾਸ। ਗੁਰੂ ਪਿਆਰੀ ਸਾਧ ਸੰਗਤ, ਇਸੇ ਪ੍ਰਕਾਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਤੁਖਾਰੀ ਰਾਗ ਵਿੱਚ ਇਹੀ ਬਚਨ ਉਚਾਰਨ ਕੀਤੇ ਸਨ, ਜਿਨ੍ਹਾਂ ਦਾ ਖੁਲਾਸਾ ਪੰਜਵੇਂ ਪਾਤਸ਼ਾਹ ਜੀ ਨੇ ਕੀਤਾ। ਜੋ ਪਹਿਲੇ ਤੁਕ ਵਿੱਚ ਆਪ ਜੀ ਨੇ ਸਰਵਣ ਕੀਤਾ, ਆਸਾੜ ਤਪੰਦਾ ਤਿਸ ਲਗੇ ਹਰ ਨਾਹੋ ਨਾ ਜਿਨ੍ਹਾਂ ਪਾਸ, ਜਿੱਥੋਂ ਆਰੰਭ ਹੋਇਆ ਸ਼ਬਦ ਕਿ ਉਹਨਾਂ ਨੂੰ ਮਹੀਨਾ ਤਪਦਾ ਲੱਗਦਾ ਹੈ, ਤਪਸ਼ ਲੱਗਦੀ ਹੈ, ਪੈਂਦੀ ਹੈ, ਗਰਮੀ ਲੱਗਦੀ ਹੈ, ਜਿਨ੍ਹਾਂ ਕੋਲ ਹਰੀ ਪਰਮੇਸ਼ਰ ਪਤੀ ਦਾ ਨਾਮ ਨਹੀਂ ਹੈ, ਜਾਂ ਉਹਨਾਂ ਦੇ ਕੋਲ ਵਸਦਾ ਨਹੀਂ ਹੈ, ਪ੍ਰਗਟ ਨਹੀਂ ਹੈ, ਭਾਵ ਵਸਦਾ ਸਾਰਿਆਂ ਵਿੱਚ ਹੈ, ਪਰ ਜਿਨ੍ਹਾਂ ਕੋਲ ਪ੍ਰਗਟ ਨਹੀਂ ਹੈ। ਤੇ ਹੁਣ ਸਤਿਗੁਰੂ ਜੀ ਸ਼ਬਦ ਦੀ ਸੰਪੂਰਨਤਾ ਕਰਦੇ ਹੋਏ ਤੇ ਇੱਥੇ ਵਿਚਾਰ ਦੀ ਵਿਸਰਾਮਤਾ ਹੋ ਰਹੀ ਹੈ। ਸਤਿਗੁਰੂ ਜੀ ਕਹਿੰਦੇ ਆਸਾੜ ਸੁਹੰਦਾ ਤਿਸ ਲੱਗੇ, ਜਿਸ ਮਨ ਹਰ ਚਰਨ ਨਿਵਾਸ, ਜਿਹਦੇ ਮਨ ਦੇ ਵਿੱਚ ਪਰਮੇਸ਼ਰ ਦੇ ਚਰਨ ਵਸਦੇ ਹਨ। ਚਿੱਤ ਚਰਨ ਨਾਮ, ਚਰਨਾਂ ਤੋਂ ਭਾਵ ਆਪ ਜੀ ਨੇ ਕਈ ਵਾਰ ਸਰਵਣ ਕੀਤਾ ਕਿ ਗੁਰੂ ਕੇ ਬਚਨ ਜਿਹੜੇ ਇਹ ਉਹਦੇ ਚਰਨ ਹਨ, ਜਿਹੜੇ ਗੁਰੂ ਕੇ ਬਚਨਾਂ ਨੂੰ ਹਿਰਦੇ ਵਿੱਚ ਵਸਾ ਲੈਂਦੇ ਹਨ। ਸਤਿਗੁਰੂ ਜੀ ਉਹਨਾਂ 'ਤੇ ਸਦਾ ਕਿਰਪਾ ਕਰਦੇ ਹਨ। ਗੁਰੂ ਕੀ ਸਾਧ ਸੰਗਤ ਇਸ ਕਰਕੇ ਬੇਨਤੀ ਕਰੀਏ, ਮਹਾਰਾਜ ਸਾਨੂੰ ਆਪ ਜੀ ਦੇ ਬਚਨ ਸਰਵਣ ਕਰਨ ਦੇ, ਮੰਨਣ ਦੇ, ਉਹਦੇ ਅਨੁਸਾਰ ਚੱਲਣ ਦੇ ਸਾਨੂੰ ਜੋ ਮਹਾਰਾਜ ਬਲ ਬਖਸ਼ਣਾ ਕਰ, ਤੇ ਇਹ ਜਿਹੜਾ ਤੂੰ ਸਾਨੂੰ ਜਨਮ ਮਾਨਸ ਦਿੱਤਾ ਹੈ ਸਫਲ ਹੋ ਸਕੇ। ਗੁਰੂ ਪਿਆਰੀ ਸਾਧ ਸੰਗਤ ਦੇ ਨਾਲ ਹੀ ਇਹ ਨਿਮਾਣਾ ਨਤਾਣਾ ਅਣਜਾਣ ਜੀਵ ਆਪ ਜੀ ਤੋਂ ਖਿਮਾ ਦਾ ਜਾਜਕ ਹੈ। ਇਹਨੇ ਸਮੇਂ 'ਚ ਇੰਨਾ ਕੁਝ ਕਹਿੰਦਿਆਂ ਹੋਇਆਂ ਬੇਅੰਤ ਭੁੱਲਾਂ ਚੁੱਕਾਂ ਹੋਈਆਂ। ਗੁਰੂ ਕੀ ਸਾਧ ਸੰਗਤ ਮਹਾਂਪੁਰਖ ਸਤਿਗੁਰੂ ਬਖਸ਼ਣ ਯੋਗ ਹੋ, ਗੁਣਾਂ ਨੂੰ ਨਾਚ ਧਾਰਨਾ ਕਿਤੋਂ ਸੋਝੀ ਬਖਸ਼ਣੀ। ਸਤਿਗੁਰੂ ਕਿਰਪਾ ਕਰਨ, ਧਰਮ ਦਾ ਪੰਥ ਦਾ ਵਾਧਾ ਹੋਏ, ਏਕਤਾ ਹੋਏ, ਸੰਗਤਾਂ ਦੇ ਅੰਗ ਸੰਗ ਸਹਾਇਤਾ ਕਰਨ, ਸ਼ੁਭ ਕਾਰਜ ਸਵਾਰਨ, ਭੁੱਲਾਂ ਚੁੱਕਾਂ ਦੀ ਖਿਮਾ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ, ਜੋ ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ।